ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਪਿਆਰੇ ਭੈਣੋ ਤੇ ਭਰਾਓ, ਅਸੀਂ ਸਾਲ 2022 ਦੇ ਇਸ ਨਵੇਂ ਸਾਲ ਦੇ ਪਹਿਲੇ ਹਫਤੇ ਵਿੱਚ ਹਾਂ। ਪਿਆਰਿਓ, ਇਸ ਹਫਤੇ ਦੌਰਾਨ ਵੀ ਅਸੀਂ ਦੇਹਤਾ ਇਸ ਸ਼ਬਦ ਪ੍ਰਭੂ ਯਿਸੂ ਮਸੀਹ ਦੇ ਇਸ ਦੁਨੀਆ ਵਿੱਚ ਆਉਣ ਦੀ ਫੇਰ ਉੱਤੇ ਧਿਆਨ ਲਾ ਰਹੇ ਹਾਂ। ਵਚਨ ਦੇ ਰਾਹੀਂ ਅਸੀਂ ਇਸ ਗੱਲ ਉੱਤੇ ਹਮੇਸ਼ਾ ਧਿਆਨ ਲਾਈਏ ਕਿ ਪ੍ਰਭੂ ਯਿਸੂ ਜੋ ਦੇਹਤਾ ਇਸ ਸ਼ਬਦ ਹੈ ਉਹ ਸੱਚ ਹੈ। ਜੇਕਰ ਅਸੀਂ ਉਸ ਨੂੰ ਸੱਚਾਈ ਵਿੱਚ ਗ੍ਰਹਿਣ ਕਰਦੇ ਹਾਂ, ਉਸ ਉੱਤੇ ਵਿਸ਼ਵਾਸ ਕਰਦੇ ਹਾਂ, ਉਸ ਨੂੰ ਮੰਨਦੇ ਹਾਂ, ਤੇ ਪ੍ਰਭੂ ਸਾਡੇ ਕੋਲ ਇਹ ਮੰਗ ਕਰਦਾ ਹੈ ਕਿ ਅਸੀਂ ਵੀ ਸੱਚਾਈ ਦੇ ਵਿੱਚ ਰਹਿ ਕੇ ਉਸ ਦੀ ਪੈਰਵੀ ਕਰੀਏ। ਆਪਣੇ ਕੰਮਾਂ ਕਾਰਾਂ ਵਿੱਚ, ਆਪਣੀਆਂ ਸੋਚਾਂ ਵਿਚਾਰਾਂ ਦੇ ਵਿੱਚ, ਆਪਣੇ ਹਰ ਇੱਕ ਕੰਮਕਾਰ, ਹਰ ਇੱਕ ਗੱਲ ਦੇ ਵਿੱਚ ਅਸੀਂ ਸੱਚੇ ਰਹਿ ਕੇ ਪ੍ਰਭੂ ਦੇ ਨਾਮ ਦੀ ਸੱਚਾਈ ਵਿੱਚ ਗਵਾਹੀ ਦਈਏ। ਜਦੋਂ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਫਿਰ ਅਸੀਂ ਪ੍ਰਭੂ ਦੇ ਨਾਮ ਦੇ ਗਵਾਹ ਬਣ ਜਾਵਾਂਗੇ ਤੇ ਪ੍ਰਭੂ ਦੀ ਮਹਿਮਾ, ਪ੍ਰਭੂ ਦੇ ਜਲਾਲ ਵਿੱਚ, ਉਸ ਦੇ ਜਲਾਲ ਵਿੱਚ ਵਧਣ ਵਿੱਚ ਅਸੀਂ ਸਹਿਯੋਗ ਦੇਵਾਂਗੇ। ਪ੍ਰਭੂ ਦੀ ਸਾਡੇ ਸਾਰਿਆਂ ਲਈ ਇਹੀ ਮਰਜ਼ੀ ਹੈ ਕਿ ਅਸੀਂ ਹਰ ਕੰਮ ਵਿੱਚ, ਹਰ ਸੋਚ ਵਿਚਾਰ ਵਿੱਚ ਉਸ ਦੇ ਜਲਾਲ ਦੇ ਕਾਰਨ ਬਣੀਏ। ਪਰ ਇਸ ਦੇ ਨਾਲ ਹੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ ਕਿ ਪ੍ਰਭੂ ਨੂੰ ਸਾਡੇ ਦੁਆਰਾ ਕੀਤੇ ਗਈ ਉਸ ਦੇ ਨਾਂ ਦੀ ਮਹਿਮਾ, ਆਰਾਧਨਾ, ਉਸਤਤ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਵਰਗ ਵਿੱਚ ਜੋ ਕਲੀਸਿਆ ਹੈ ਉੱਥੇ ਅਣਗਿਣਤ ਫਰਿਸ਼ਤੇ ਹਨ, ਅਣਗਿਣਤ ਪਾਕ ਲੋਕ ਹਨ। ਉਹ ਸਵੇਰੇ ਜਾਂ ਸ਼ਾਮ ਨਹੀਂ, ਬਲਕਿ ਹਰ ਸਮੇਂ 24 ਘੰਟੇ ਉਸ ਦੀ ਮਹਿਮਾ, ਆਰਾਧਨਾ, ਉਸਤਤ, ਵਡਿਆਈ ਕਰਦੇ ਹਨ। ਸਾਨੂੰ ਪ੍ਰਭੂ ਦੇ ਨਾਂ ਦੀ ਮਹਿਮਾ, ਵਡਿਆਈ ਕਰਨ ਦੀ ਲੋੜ ਹੈ, ਕਿਉਂਕਿ ਜਿੰਨਾ ਹੀ ਅਸੀਂ ਉਸ ਦੇ ਨਾਂ ਦੀ ਮਹਿਮਾ ਕਰਦੇ ਹਾਂ, ਉਸ ਦੇ ਨਾਮ ਨੂੰ ਪੁਕਾਰਦੇ ਹਾਂ, ਸਾਡਾ ਆਪਣੇ ਆਪ ਦਾ ਸ਼ੁੱਧੀਕਰਨ ਹੁੰਦਾ ਹੈ। ਸਾਡੀਆਂ ਸੋਚਾਂ ਵਿੱਚ ਸਾਡਾ ਸ਼ੁੱਧੀਕਰਨ, ਇਸ ਤਾਈਂ ਸਾਡੇ ਬੋਲਾਂ ਵਿੱਚ, ਸਾਡੇ ਕੰਮਾਂ ਵਿੱਚ ਵੀ ਪਾਕੀਜ਼ਗੀ, ਪਵਿੱਤਰਤਾ ਆਉਂਦੀ ਹੈ ਤੇ ਖੁਦਾ ਸਾਡੇ ਤੋਂ ਇਸ ਤਰ੍ਹਾਂ ਦੀ ਸੱਚਾਈ ਅਤੇ ਸ਼ੁੱਧਤਾ ਦੀ ਮੰਗ ਕਰਦਾ ਹੈ। ਆਓ ਅਸੀਂ ਆਪਣੇ ਕੀਤੇ ਗਏ ਸਾਰੇ ਗਲਤੀਆਂ, ਗੁਨਾਹਾਂ ਨੂੰ ਪ੍ਰਭੂ ਦੀ ਇਸ ਅਲਤਾਫ ਤੇ ਚਾਹੁੰਦੇ ਹੋਏ ਮਾਫੀ ਮੰਗੀਏ, ਤਾਂ ਜੋ ਯੋਗ ਢੰਗ ਨਾਲ ਅਸੀਂ ਨਾ ਪਵਿੱਤਰ ਪੈਦਾ ਮਨਾ ਸਕੀਏ ਅਤੇ ਪਾਕ ਮਾਤ ਦੀ ਕੁਰਬਾਨੀ ਰਾਹੀਂ ਅਸੀਂ ਖੁਦਾ ਦੀਆਂ ਭਰਪੂਰ ਬਰਕਤਾਂ ਹਾਸਲ ਕਰ ਸਕੀਏ। ਪਛਤਾਏ ਪਏ ਦਿਲ ਨਾਲ ਅਸੀਂ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਪ੍ਰਭੂ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਤੇਰੇ ਤੋਂ ਉਤਪੰਨ ਇਕਲੌਤੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੂੰ ਸਾਨੂੰ ਆਪਣੇ ਲਈ ਇੱਕ ਨਵੀਂ ਸ੍ਰਿਸ਼ਟੀ ਬਣਾਇਆ ਹੈ। ਬਖਸ਼ ਦੇ ਕਿ ਤੇਰੇ ਫਜ਼ਲ ਨਾਲ ਅਸੀਂ ਪ੍ਰਭੂ ਯਿਸੂ ਮਸੀਹ ਦੇ ਸਰੂਪ ਵਿੱਚ ਢਾਲੇ ਜਾਈਏ, ਜਿਸ ਵਿੱਚ ਸਾਡਾ ਮਨੁੱਖੀ ਸੁਭਾਅ ਤੇਰੇ ਨਾਲ ਜੁੜ ਗਿਆ ਹੈ। ਉਹ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ
ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਇਸ ਬਾਂਤੀ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਸੰਤ ਯੋਹੰਨਾ ਦਾ ਪਹਿਲਾ ਪੱਤਰ, ਉਸ ਦਾ 5 ਬਾਬ 14 ਤੋਂ 21 ਆਇਤ ਤੱਕ। ਸਾਨੂੰ ਉਸ ਵਿੱਚ ਇਹ ਦਲੇਰੀ ਹੈ ਕਿ ਜੇ ਅਸੀਂ ਉਸ ਦੀ ਇੱਛਾ ਅਨੁਸਾਰ ਕੁਝ ਵੀ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ, ਅਤੇ ਜੇਕਰ ਅਸੀਂ ਇਹ ਜਾਣਦੇ ਹਾਂ ਕਿ ਅਸੀਂ ਜੋ ਵੀ ਮੰਗੀਏ ਉਹ ਸਾਡੀ ਸੁਣਦਾ ਹੈ ਤਾਂ ਅਸੀਂ ਇਹ ਵੀ ਜਾਣਦੇ ਹਾਂ ਕਿ ਅਸੀਂ ਜੋ ਵੀ ਮੰਗਿਆ ਹੈ ਉਹ ਸਾਨੂੰ ਮਿਲ ਗਿਆ ਹੈ। ਜੇਕਰ ਤੁਸੀਂ ਆਪਣੇ ਭਰਾ ਨੂੰ ਇਸ ਤਰ੍ਹਾਂ ਦਾ ਕੁਝ ਕਰਦੇ ਦੇਖਦੇ ਹੋ ਜੋ ਵੱਡਾ ਪਾਪ ਯਾਨੀ ਜਾਨਲੇਵਾ ਨਹੀਂ ਹੈ, ਤਾਂ ਤੁਸੀਂ ਉਸ ਦੇ ਲਈ ਪ੍ਰਾਰਥਨਾ ਕਰੋ ਅਤੇ ਖੁਦਾ ਇਹੋ ਜਿਹਿਆਂ ਨੂੰ ਜੀਵਨ ਦੇਵੇਗਾ, ਉਹਨਾਂ ਨੂੰ ਜਿਨ੍ਹਾਂ ਦਾ ਪਾਪ ਜਾਨਲੇਵਾ ਨਹੀਂ ਹੈ। ਉਹ ਪਾਪ ਵੀ ਹੁੰਦੇ ਹਨ ਜੋ ਜਾਨਲੇਵਾ ਹਨ। ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਉਹਨਾਂ ਦੀ ਬਾਬਤ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਭ ਗਲਤ ਕੰਮ ਪਾਪ ਹਨ, ਪਰ ਹਰ ਪਾਪ ਜਾਨਲੇਵਾ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਜੋ ਖੁਦਾ ਤੋਂ ਜਨਮ ਲੈਂਦੇ ਹਨ ਉਹ ਪਾਪ ਨਹੀਂ ਕਰਦੇ, ਪਰ ਉਹ ਜਿਸ ਨੇ ਖੁਦਾ ਤੋਂ ਜਨਮ ਲਿਆ ਹੈ ਉਹਨਾਂ ਦੀ ਰੱਖਿਆ ਕਰਦਾ ਹੈ, ਅਤੇ ਜੋ ਬੁਰਾ ਹੈ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਅਸੀਂ ਜਾਣਦੇ ਹਾਂ ਕਿ ਅਸੀਂ ਖੁਦਾ ਦੀ ਸੰਤਾਨ ਹਾਂ ਅਤੇ ਸਾਰਾ ਸੰਸਾਰ ਦੁਸ਼ਟ ਦੇ ਵਸ ਵਿੱਚ ਹੈ। ਅਸੀਂ ਜਾਣਦੇ ਹਾਂ ਕਿ ਖੁਦਾ ਦਾ ਬੇਟਾ ਆਇਆ ਹੈ ਅਤੇ ਉਸ ਨੇ ਸਾਨੂੰ ਪਛਾਣਨ ਦੇ ਲਈ ਸਮਝ ਦਿੱਤੀ ਹੈ ਕਿ ਅਸੀਂ ਉਸ ਨੂੰ ਜਾਣੀਏ ਜੋ ਸੱਚ ਹੈ, ਅਤੇ ਅਸੀਂ ਉਸ ਵਿੱਚ ਹਾਂ ਜੋ ਸੱਚ ਹੈ, ਉਸ ਦੇ ਬੇਟੇ ਯਿਸੂ ਮਸੀਹ ਵਿੱਚ। ਉਹ ਸੱਚਾ ਖੁਦਾ ਹੈ ਅਤੇ ਅਨੰਤ ਜੀਵਨ ਹੈ। ਬੱਚਿਓ, ਬੁੱਤਾਂ ਤੋਂ ਆਪਣੇ ਆਪ ਨੂੰ ਬਚਾਈ ਰੱਖੋ। ਆਮੀਨ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯੋਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 3 ਅਧਿਆਇ 22 ਤੋਂ 30 ਆਇਤ। ਇਸ ਤੋਂ ਬਾਅਦ ਯਿਸੂ ਅਤੇ ਉਸ ਦੇ ਚੇਲੇ ਯਹੂਦੀਆਂ ਦੇ ਇਲਾਕੇ ਨੂੰ ਗਏ। ਉੱਥੇ ਉਹ ਉਹਨਾਂ ਦੇ ਨਾਲ ਰਹਿ ਕੇ ਬਪਤਿਸਮਾ ਦਿੰਦਾ ਰਿਹਾ। ਯੋਹੰਨਾ ਵੀ ਸਾਲੇਮ ਦੇ ਨੇੜੇ ਐਨੋਨ ਵਿੱਚ ਬਪਤਿਸਮਾ ਦਿੰਦਾ ਸੀ, ਕਿਉਂਕਿ ਉੱਥੇ ਪਾਣੀ ਬਹੁਤ ਸੀ ਅਤੇ ਲੋਕ ਆ ਕੇ ਬਪਤਿਸਮਾ ਲੈਂਦੇ ਸਨ। ਕਿਉਂਕਿ ਯੋਹੰਨਾ ਅਜੇ ਤੱਕ ਕੈਦ ਨਹੀਂ ਸੀ ਕੀਤਾ ਗਿਆ। ਯੋਹੰਨਾ ਦੇ ਚੇਲਿਆਂ ਅਤੇ ਕਿਸੇ ਯਹੂਦੀ ਦੇ ਵਿਚਕਾਰ ਸ਼ੁੱਧੀਕਰਨ ਦੇ ਬਾਰੇ ਬਹਿਸ ਛਿੜ ਗਈ। ਉਹਨਾਂ ਨੇ ਯੋਹੰਨਾ ਕੋਲ ਆ ਕੇ ਉਸ ਨੂੰ ਕਿਹਾ, ਰੱਬੀ, ਜੋ ਆਦਮੀ ਯਰਦਨ ਦੇ ਦੂਜੇ ਪਾਸੇ ਹੈ ਤੁਹਾਡੇ ਨਾਲ ਸੀ ਅਤੇ ਜਿਸ ਦੇ ਬਾਰੇ ਤੁਸੀਂ ਗਵਾਹੀ ਦਿੱਤੀ ਹੈ, ਉਹ ਇੱਥੇ ਹੈ ਅਤੇ ਬਪਤਿਸਮਾ ਦੇ ਰਿਹਾ ਹੈ ਅਤੇ ਸਾਰੇ ਲੋਕ ਉਸ ਵੱਲ ਜਾ ਰਹੇ ਹਨ। ਯੋਹੰਨਾ ਨੇ ਉੱਤਰ ਦਿੱਤਾ, ਕੋਈ ਵੀ ਕੁਝ ਪਾ ਨਹੀਂ ਸਕਦਾ ਜਦੋਂ ਤੱਕ ਸਵਰਗ ਤੋਂ ਉਸ ਨੂੰ ਦਿੱਤਾ ਨਹੀਂ ਜਾਂਦਾ। ਤੁਸੀਂ ਆਪ ਮੇਰੇ ਗਵਾਹ ਹੋ ਕਿ ਮੈਂ ਇਹ ਕਿਹਾ ਹੈ, ਮੈਂ ਮਸੀਹ ਨਹੀਂ ਹਾਂ, ਪਰ ਮੈਂ ਉਸ ਦੇ ਅੱਗੇ ਘੱਲਿਆ ਗਿਆ ਹਾਂ। ਜਿਸ ਦੀ ਵਹੁਟੀ ਹੈ ਉਹ ਲਾੜਾ ਹੈ। ਲਾੜੇ ਦਾ ਮਿੱਤਰ ਉਸ ਨਾਲ ਰਹਿ ਕੇ ਲਾੜੇ ਨੂੰ ਸੁਣਦਾ ਹੈ ਅਤੇ ਉਸ ਦੀ ਆਵਾਜ਼ ਉੱਤੇ ਬਹੁਤ ਹੀ ਪ੍ਰਸੰਨ ਹੁੰਦਾ ਹੈ। ਇਸ ਤਰ੍ਹਾਂ ਮੇਰਾ ਇਹ ਆਨੰਦ ਹੁਣ ਪੂਰਾ ਹੋਇਆ। ਜ਼ਰੂਰੀ ਹੈ ਕਿ ਉਹ ਵਧੇ ਅਤੇ ਮੈਂ ਘਟਾਂ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਤੁਸੀਂ ਵੀ ਪਿਆਰੇ ਭੈਣੋ ਤੇ ਭਰਾਓ, ਅੱਜ ਦੇ ਵਚਨ ਦੇ ਅਨੁਸਾਰ ਅਸੀਂ 2 ਗੱਲਾਂ ਉੱਤੇ ਧਿਆਨ ਲਾਉਣਾ ਹੈ। ਪਹਿਲੀ ਗੱਲ ਇਹ ਹੈ ਕਿ ਬਪਤਿਸਮਾ ਜੋ ਹੈ ਇੱਕ ਸਾਕਰਾਮੈਂਟ ਹੈ ਅਤੇ ਸਾਕਰਾਮੈਂਟ ਹੋਣ ਦੇ ਨਾਂ ਉੱਤੇ ਜਦੋਂ ਅਸੀਂ ਬਪਤਿਸਮਾ ਗ੍ਰਹਿਣ ਕਰਦੇ ਹਾਂ ਤਾਂ ਅਸੀਂ ਪੂਰਨ ਤੌਰ ਤੇ ਸ਼ੁੱਧ ਹੋ ਜਾਂਦੇ ਹਾਂ। ਆਪਣੀ ਆਤਮਾ ਦੇ ਵਿੱਚ, ਆਪਣੀਆਂ ਸੋਚਾਂ, ਆਪਣੇ ਵਿਚਾਰਾਂ ਦੇ ਵਿੱਚ, ਆਪਣੇ ਕੰਮਾਂ ਕਾਰਾਂ ਦੇ ਵਿੱਚ ਸਾਨੂੰ ਸ਼ੁੱਧਤਾ ਅਤੇ ਪਵਿੱਤਰਤਾ ਹਾਸਲ ਹੁੰਦੀ ਹੈ। ਇਸ ਦੇ ਨਾਲ ਹੀ ਅਸੀਂ ਦੂਜੀ ਗੱਲ ਉੱਤੇ ਧਿਆਨ ਲਾਈਏ ਕਿ ਖੁਦਾ ਨੇ ਸਾਨੂੰ ਬਹੁਤ ਸਾਰੇ ਕੰਮ ਕਰਨ ਦੀ ਬਰਕਤ ਦਿੱਤੀ ਹੈ। ਤੁਸੀਂ ਆਪਣੇ ਜੀਵਨ ਵੱਲ ਧਿਆਨ ਦਿਓ। ਸ਼ਾਇਦ ਤੁਸੀਂ ਆਪਣੇ ਪੈਰਿਸ਼ ਵਿੱਚ ਪੈਰਿਸ਼ ਕਾਉਂਸਲ ਦੇ ਪ੍ਰਧਾਨ ਹੋਵੋਗੇ ਜਾਂ ਪੈਰਿਸ਼ ਕਾਉਂਸਲ ਦੇ ਮੈਂਬਰ ਹੋਵੋਗੇ, ਜਾਂ ਆਪਣੇ ਸਮਾਜ ਵਿੱਚ ਤੁਹਾਨੂੰ ਕੋਈ ਰੁਤਬਾ ਮਿਲਿਆ ਹੋਵੇਗਾ, ਜਾਂ ਤੁਸੀਂ ਆਪਣੇ ਪਿੰਡ ਵਿੱਚ ਪੰਚਾਇਤ ਦੇ ਮੈਂਬਰ ਹੋਵੋਗੇ। ਜੇਕਰ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਜਾਂ ਫਿਰ ਆਪਣੇ ਪਰਿਵਾਰ ਵਿੱਚ ਹੀ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲੀ ਹੈ, ਜਦੋਂ ਤੁਸੀਂ ਉਸ ਨੂੰ ਆਪਣੇ ਲਈ ਨਹੀਂ ਸਗੋਂ ਦੂਜਿਆਂ ਦੀ ਭਲਾਈ ਦੇ ਲਈ ਕਰਦੇ ਹੋ, ਤਾਂ ਇਹੋ ਜਿਹਾ ਕੀਤਾ ਗਿਆ ਕੰਮ ਪ੍ਰਭੂ ਦੀ ਮਹਿਮਾ ਦੇ ਲਈ ਠਹਿਰਾਇਆ ਜਾਂਦਾ ਹੈ ਕਿ ਤੁਸੀਂ ਉਹਦੇ ਵਿੱਚ ਆਪਣਾ ਹਿੱਤ ਜਾਂ ਆਪਣਾ ਲਾਭ, ਆਪਣਾ ਫਾਇਦਾ ਨਹੀਂ ਵੇਖਦੇ, ਸਗੋਂ ਦੂਜਿਆਂ ਦੇ ਹਿੱਤ ਲਈ, ਦੂਜਿਆਂ ਦੇ ਲਾਭ ਲਈ ਤੁਸੀਂ ਕਾਰਜ ਕਰਦੇ ਹੋ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਨਿਸਵਾਰਥ ਭਾਵਨਾ ਦੇ ਨਾਲ ਖੁਦਾ ਦੇ ਲੋਕਾਂ ਦੀ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਜਾਂ ਪੈਰਿਸ਼ ਦੇ ਮੈਂਬਰਾਂ ਦੀ ਜਾਂ ਫਿਰ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਦੇ ਪਏ ਹੋ। ਉਹ ਕੀਤੀ ਗਈ ਸੇਵਾ ਨੂੰ ਤੁਸੀਂ ਖੁਦਾ ਦੇ ਲਈ ਚੰਗੇ ਕੀਤੇ ਕੰਮ ਦੇ ਨਾਂ ਉੱਤੇ ਖੁਦਾ ਨੂੰ ਅਰਪਣ ਕਰਦੇ ਹੋ। ਇਸ ਤਰੀਕੇ ਨਾਲ ਜੇਕਰ ਅਸੀਂ ਕਲੀਸਿਆ ਦੇ 5 ਹੁਕਮਾਂ ਵਿੱਚੋਂ 5ਵੇਂ ਹੁਕਮ ਤੇ ਧਿਆਨ ਲਾਈਏ ਤਾਂ 5ਵਾਂ ਹੁਕਮ ਸਾਨੂੰ ਕਹਿੰਦਾ ਹੈ ਕਿ ਤੁਸੀਂ
ਕਲੀਸਿਆ ਦੇ ਕੰਮਾਂ ਵਿੱਚ ਸਹਿਯੋਗ ਦੇਵੋ, ਮਦਦ ਦੇਵੋ। ਵੱਖ-ਵੱਖ ਢੰਗਾਂ ਨਾਲ ਅਸੀਂ ਕੀ ਕਰ ਸਕਦੇ ਹਾਂ? ਕਲੀਸਿਆਈ ਕੰਮਾਂ ਦੇ ਵਿੱਚ ਆਪਣਾ ਸਹਿਯੋਗ, ਆਪਣਾ ਯੋਗਦਾਨ ਪਾ ਸਕਦੇ ਹਾਂ। ਖਾਸ ਤੌਰ 'ਤੇ ਜਿੱਥੇ ਕਿਤੇ ਵੀ ਅਸੀਂ ਹਾਂ, ਚਾਹੇ ਪਿੰਡ ਵਿੱਚ ਹਾਂ, ਚਾਹੇ ਪੈਰਿਸ਼ ਵਿੱਚ ਹਾਂ, ਚਾਹੇ ਆਪਣੇ ਗਲੀ ਮੁਹੱਲੇ ਵਿੱਚ ਜਾਂ ਆਪਣੇ ਸਮਾਜ ਵਿੱਚ ਜਾਂ ਫਿਰ ਆਪਣੇ ਘਰ ਵਿੱਚ ਹੀ ਹਾਂ, ਅਸੀਂ ਨਿਸਵਾਰਥ ਭਾਵਨਾ ਨਾਲ ਜਦੋਂ ਇਹ ਸਾਰੇ ਕੰਮ ਕਰਦੇ ਹਾਂ ਤਾਂ ਉਹ ਸਾਰੇ ਕੰਮ ਖੁਦਾ ਦੀ ਮਹਿਮਾ ਲਈ ਹੁੰਦੇ ਆ। ਅਤੇ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਉੱਥੇ ਇੱਕ ਗੱਲ ਹੋਰ ਪੈਦਾ ਹੁੰਦੀ ਹੈ ਕਿ ਤੁਸੀਂ ਦੂਜਿਆਂ ਦੇ ਲਈ ਕਿਸੇ ਵੀ ਤਰ੍ਹਾਂ ਨਾਲ ਦੁੱਖ ਦਾ ਕਾਰਨ ਨਹੀਂ ਬਣਨਾ ਚਾਹੁੰਦੇ। ਸੋ ਅੱਜ ਦੀ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਨਵੇਂ ਸਾਲ ਦੇ ਵਿੱਚ ਇਹ ਪ੍ਰਣ ਚੁੱਕੋ ਕਿ ਮੈਂ ਕਿਸੇ ਦੇ ਲਈ ਵੀ ਕਿਸੇ ਵੀ ਤਰ੍ਹਾਂ ਨਾਲ ਦੁੱਖ ਦਾ ਕਾਰਨ ਨਹੀਂ ਬਣਾਂਗਾ, ਸਗੋਂ ਦੂਜਿਆਂ ਦੇ ਹਿੱਤ ਲਈ, ਦੂਜਿਆਂ ਦੇ ਲਾਭ ਲਈ ਹਮੇਸ਼ਾ ਇੱਕ ਸੇਵਾ ਦਾ ਕੰਮ ਸਮਝ ਕੇ ਉਸ ਨੂੰ ਕਰਾਂਗਾ। ਤੇ ਜਦੋਂ ਇਸ ਤਰ੍ਹਾਂ ਕਰਦੇ ਹੋ ਤਾਂ ਉਹਦੇ ਵਿੱਚ ਕੋਈ ਮਾਣ ਕਰਨ ਵਾਲੀ ਗੱਲ ਨਹੀਂ ਹੈ। ਉਹਦੇ ਵਿੱਚ ਆਪਾਂ ਇਹ ਮਹਿਸੂਸ ਕਰਨਾ, ਆਪਣੇ ਆਪ ਨੂੰ ਇਹ ਕਹਿਣਾ ਕਿ ਅਸੀਂ ਪ੍ਰਭੂ ਦੇ ਅਯੋਗ ਸੇਵਕ ਹਾਂ। ਜੋ ਵੀ ਅਸੀਂ ਕੁਛ ਕੀਤਾ ਹੈ ਇਹ ਸਿਰਫ ਆਪਣਾ ਫਰਜ਼ ਸਮਝ ਕੇ, ਆਪਾਂ ਕਰਤੱਵ ਸਮਝ ਕੇ ਕੀਤਾ ਹੈ। ਅਤੇ ਜਦੋਂ ਇਸ ਭਾਵਨਾ ਨਾਲ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਖੁਦਾ ਸਾਨੂੰ ਅਜਿਹੇ ਕੰਮ ਕਰਨ ਦੀ ਹੋਰ ਬਰਕਤ ਦਿੰਦਾ ਹੈ ਅਤੇ ਦੂਜਿਆਂ ਦੇ ਨਾਲ ਸਾਡੇ ਆਪਣੇ ਪਰਿਵਾਰ ਨੂੰ, ਆਪਣੇ ਆਪ ਨੂੰ ਵੀ ਬਰਕਤਾਂ ਦੇ ਨਾਲ ਭਰਪੂਰ ਕਰਦਾ ਹੈ। ਇਸ ਲਈ ਪਿਆਰਿਓ, ਜੇਕਰ ਅਸੀਂ ਇਹ ਸੋਚੀਏ ਕਿ ਇਹ ਸਾਰੇ ਕੰਮ ਮੈਂ ਕੀਤੇ ਹਨ ਤਾਂ ਸਾਡੇ ਵਿੱਚ ਮੈਂ ਵਾਲੀ ਗੱਲ ਪੈਦਾ ਹੋ ਜਾਵੇਗੀ, ਹੰਕਾਰ, ਗਰੂਰ ਵਾਲੀ ਗੱਲ ਪੈਦਾ ਹੋ ਜਾਵੇਗੀ। ਅਤੇ ਜੋ ਹੰਕਾਰ ਹੈ, ਗਰੂਰ ਹੈ, ਘਮੰਡ ਹੈ, ਉਹ ਖੁਦਾ ਦੇ ਸਾਹਮਣੇ ਕਦੀ ਨਹੀਂ ਟਿਕਦਾ ਅਤੇ ਇਹੋ ਜਿਹੇ ਇਨਸਾਨ ਖੁਦਾ ਕੋਲੋਂ ਕੋਈ ਬਰਕਤ ਵੀ ਹਾਸਲ ਨਹੀਂ ਕਰਦੇ। ਇਸ ਕਰਕੇ ਇਸ ਗੱਲ 'ਤੇ ਆਪਾਂ ਧਿਆਨ ਦੇਣਾ ਕਿ ਨਾ ਕਿਸੇ ਲਈ ਠੋਕਰ ਦਾ ਕਾਰਨ ਬਣਨਾ, ਨਾ ਦੁੱਖ ਦਾ ਕਾਰਨ ਬਣਨਾ, ਸਗੋਂ ਜੋ ਵੀ ਅਸੀਂ ਆਪਣੇ ਕੰਮ ਕਰਦੇ ਹਾਂ ਠੀਕ ਇਸੇ ਤਰੀਕੇ ਨਾਲ ਜਿੱਦਾਂ ਸੰਤ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦਾ ਹੈ, ਪ੍ਰਭੂ ਵਧੇ ਅਤੇ ਮੈਂ ਘਟਾਂ, ਮੇਰੇ ਨਾਲ ਕੀਤੇ ਕੰਮਾਂ ਰਾਹੀਂ ਸਾਰਿਆਂ ਦੀ ਭਲਾਈ ਹੋਵੇ। ਜਿਨ੍ਹਾਂ ਲੋਕਾਂ ਲਈ ਮੈਂ ਕਾਰਜ ਕਰਦਾ ਹਾਂ, ਭਾਵੇਂ ਉਹ ਕਲੀਸਿਆ ਹੋਵੇ ਜਾਂ ਮੇਰਾ ਪਰਿਵਾਰ ਹੋਵੇ ਜਾਂ ਮੇਰਾ ਸਮਾਜ ਹੋਵੇ, ਉਹਨਾਂ ਦੇ ਹਿੱਤ ਲਈ, ਉਹਨਾਂ ਦੇ ਭਲਾਈ ਲਈ ਮੈਂ ਕੰਮ ਕਰਦਾ ਹਾਂ। ਇਸ ਤਰ੍ਹਾਂ ਕਰਨ ਦੇ ਰਾਹੀਂ ਸਾਡੇ ਸਾਰਿਆਂ ਦੀ ਭਲਾਈ ਹੋਵੇਗੀ। ਅਸੀਂ ਸਾਰੇ ਖੁਦਾ ਦੀਆਂ ਬਰਕਤਾਂ ਦੇ ਵਿੱਚ ਹਿੱਸੇਦਾਰ ਬਣਾਂਗੇ। ਆਓ ਅਸੀਂ ਇਸ ਮਕਸਦ ਲਈ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਅਸੀਂ ਧੰਨਵਾਦ ਕਰਦੇ ਹਾਂ ਬੀਤੇ ਸਾਲ ਸਾਨੂੰ ਸੰਭਾਲ ਕੇ ਰੱਖਿਆ ਅਤੇ ਨਵਾਂ ਸਾਲ 2022 ਸਾਨੂੰ ਬਖਸ਼ਿਆ ਹੈ। ਪਿਤਾ ਪਰਮੇਸ਼ਰ, ਇਸ ਪੂਰੇ ਸਾਲ ਦੇ ਦੌਰਾਨ ਸਾਨੂੰ ਆਪਣੇ ਵਚਨਾਂ ਅਤੇ ਹੁਕਮਾਂ ਅਨੁਸਾਰ ਚੱਲਣ ਦਾ ਵਰਦਾਨ ਬਖਸ਼ੋ ਕਿ ਅਸੀਂ ਨੇਕ ਰਸਤਿਆਂ 'ਤੇ ਚੱਲਦੇ ਹੋਏ ਤੁਹਾਡੇ ਨਾਂ ਦੀ ਮਹਿਮਾ ਅਤੇ ਵਡਿਆਈ ਕਰ ਸਕੀਏ, ਗਵਾਹੀ ਦੇ ਸਕੀਏ ਅਤੇ ਸੱਚਾਈ ਵਿੱਚ ਚੱਲਦੇ ਹੋਏ ਹਰ ਵੇਲੇ, ਹਰ ਕੰਮਕਾਰ ਵਿੱਚ ਤੁਹਾਡੇ ਨਾਂ ਨੂੰ ਜਲਾਲ ਦੇ ਸਕੀਏ। ਅਸੀਂ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। अंगूरी दाखलों की चढ़ाते प्यार की निशानी।
कर स्वीकार हे पिता, कर स्वीकार हे पिता। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਖੁਦਾ, ਤੂੰ ਸਾਨੂੰ ਸੱਚੀ ਅਰਦਾਸ ਅਤੇ ਸੱਚੀ ਸ਼ਾਂਤੀ ਦਾ ਤੋਹਫਾ ਦਿੰਦਾ ਹੈ। ਮਿਹਰ ਨਾਲ ਤੂੰ ਸਾਨੂੰ ਇਹ ਬਖਸ਼ ਦੇ ਕਿ ਇਸ ਨਜ਼ਰਾਨੇ ਦੁਆਰਾ ਅਸੀਂ ਤੇਰੇ ਇਲਾਹੇ ਪ੍ਰਤਾਪ ਦੀ ਸਹੀ ਆਰਾਧਨਾ ਕਰੀਏ ਅਤੇ ਇਸ ਪਵਿੱਤਰ ਭੇਦ ਵਿੱਚ ਹਿੱਸਾ ਲੈਂਦੇ ਹੋਏ ਅਸੀਂ ਵਫਾਦਾਰੀ ਨਾਲ ਦਿਲ ਅਤੇ ਦਿਮਾਗ ਵਿੱਚ ਜੁੜੇ ਰਹੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ, ਜੋ ਅੱਜ ਪ੍ਰਭੂ ਯਿਸੂ ਮਸੀਹ ਵਿੱਚ ਆਪਣੀ ਮੁਕਤੀ ਯੋਜਨਾ ਨੂੰ ਪ੍ਰਗਟ ਕੀਤਾ ਅਤੇ ਉਸ ਨੂੰ ਸਾਰੇ ਜਗਤ ਦੀਆਂ ਕੌਮਾਂ ਦਾ ਚਾਨਣ ਬਣਾਇਆ ਹੈ। ਉਸ ਦੇ ਸ਼ਾਨਦਾਰ ਨੂਰ ਸਾਡੇ ਉੱਤੇ ਚਮਕਾ ਕੇ ਤੂੰ ਇਨਸਾਨ ਦੀ ਮਰਨਹਾਰ ਜ਼ਿੰਦਗੀ ਨੂੰ ਆਪਣੇ ਖੁਦਾਈ ਰੂਪ ਵਿੱਚ ਬਹਾਲ ਕੀਤਾ ਹੈ। ਇਸ ਲਈ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ ਅਤੇ ਸਾਰੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਤੇ ਧਰਤੀ ਤੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ
ਅਤੇ ਉਹਦੇ ਜੀਵਨ ਦੀ ਯਾਦਗਾਰੀ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਵਾ ਫ੍ਰੈਂਕੋ ਦੇ ਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੇ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤਾਂ ਰਸੂਲਾਂ, ਸੰਤ ਯੂਹੰਨਾ ਬਪਤਿਸਮਾ ਦੇਣ ਵਾਲਾ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਂਹ ਦਗਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ।
ਉਹਨੇ ਜੋ ਵਿਖਾਇਆ ਉਹਨੇ ਜਗ ਤੋਂ ਇਲਾਹੀ, ਉਹਨੇ ਜੋ ਵਹਾਇਆ ਉਹਨੇ ਦਿੰਦਾ ਈ ਗਵਾਹੀ। ਜਾਨੇ ਜੀने वाली मेरा सच्चा रखवाला है, दे के बलिदान जिने पापा तो बचाया है, पापा तो बचाया है। जिंदगी दी रोटी मेरा शाफी सुनी वाला है, दे के बलिदान जिने पापा तो बचाया है, पापा तो बचाया है। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਤੂੰ ਕਈ ਢੰਗਾਂ ਨਾਲ ਆਪਣੇ ਲੋਕਾਂ ਨੂੰ ਰਜਾਉਂਦਾ ਅਤੇ ਉਹਨਾਂ ਦੀ ਅਗਵਾਈ ਕਰਦਾ ਹੈ। ਬਖਸ਼ ਦੇ ਕਿ ਉਹ ਹੁਣ ਅਤੇ ਭਵਿੱਖ ਵਿੱਚ ਉਸ ਇਲਾਜ ਨੂੰ ਮਹਿਸੂਸ ਕਰਨ ਜੋ ਤੂੰ ਹੀ ਕਰਦਾ ਹੈ, ਤਾਂ ਜੋ ਉਹ ਨਾਸ਼ ਹੋਣ ਵਾਲੀਆਂ ਚੀਜ਼ਾਂ ਦੀ ਲੋੜੀਂਦੀ ਤਸੱਲੀ ਨਾਲ ਸਦੀਵੀ ਚੀਜ਼ਾਂ ਲਈ ਮਜ਼ਬੂਤ ਭਰੋਸੇ ਨਾਲ ਸਖਤ ਮਿਹਨਤ ਕਰਦੇ ਰਹਿਣ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਬ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। ਦੁਆ ਯਾਦ ਕਰ याद कर ऐ निहायत मेहरबान कुआरी मरियम, भई कदी नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां तैथों खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नस के आउंदी हां ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ ਸਾਡੇ ਲਈ ਦੁਆ ਕਰ।